हाँ जी डियर स्टूडेंट्स, आज आप डिस्कस करांगे पिन डायोड। पिन डायोड ਇੱਕ 3 ਲੇਅਰਡ ਡਾਇਓਡ ਹੈ। ਇਸ ਨੂੰ ਪਿਨ ਕਿਉਂ ਕਹਿੰਦੇ ਆ? ਕਿਉਂਕਿ ਇਸ ਦੇ ਵਿੱਚ ਜਿਹੜੀਆਂ 3 ਲੇਅਰਸ ਹੈ। ਫਰਸਟ ਪੀ ਲੇਅਰ ਹੈ, ਪੀ ਟਾਈਪ ਸੈਮੀਕੰਡਕਟਰ, ਫਿਰ एक्सट्रीम राइट ਤੇ एन टाइप semiconductor और ਜਿਹੜਾ I है, I stands for intrinsic layer, right? So P I N, okay? ਇਸ ਲਈ ਇਹਨੂੰ ਆਪਾਂ ਪਿਨ ਡਾਇਓਡ ਕਹਿੰਦੇ ਆ, ਰਾਈਟ? ਪਿਨ ਡਾਇਓਡ ਦੇ ਵਿੱਚ ਜਿਹੜੀਆਂ ਐਕਸਟ੍ਰੀਮ ਲੇਅਰਸ ਹੈ ਉਸ ਦੇ ਉੱਤੇ ਆਪਾਂ ਨੂੰ ਪਤਾ ਹੈ ਜਿਹੜਾ ਪਲੱਸ ਸਾਈਨ ਆਪਾਂ ਪਾਇਆ ਹੈ, ਇਟ ਸਟੈਂਡਸ ਫॉर ਹੈਵੀਲੀ ਡੂਪਡ। ਸੋ ਹੈਵੀਲੀ ਡੂਪਡ P ਰੀਜਨ, ਹੈਵੀਲੀ ਡੂਪਡ N ਰੀਜਨ ਔਰ ਵਿੱਚ ਇੰਟ੍ਰਿੰਸਿਕ ਲੇਅਰ ਸੈਂਡਵਿਚ ਕੀਤੀ ਹੋਈ ਹੈ, right? So it is a 3 layer diode which has two junctions, एक PI junction हो गया, एक ये वाला IN junction हो गया, right? ਜਿਹੜਾ इंट्रिंसिक layer है, क्योंकि ਇਸ ਦੇ ਵਿੱਚ ਚਾਰਜ ਕੈਰੀਅਰਸ ਬਹੁਤ ਘੱਟ ਹੁੰਦੇ ਆ, ਇਸ ਲਈ ਇਟ ਆਫਰਸ ਵੈਰੀ ਹਾਈ ਰੈਜ਼ਿਸਟੈਂਸ। ਪਿਓਰ ਇੰਟ੍ਰਿੰਸਿਕ ਸੈਮੀਕੰਡਕਟਰ ਲੇਅਰ ਹੋਣਾ ਮੁਸ਼ਕਿਲ ਹੈ, ਇਸ ਲਈ ਮੇਬੀ ਇਹਦੇ ਵਿੱਚ ਕੁਝ ਹੋਲਸ ਦੀ ਲਾਈਟ ਅਮਾਉਂਟ ਆਫ ਹੋਲਸ ਹੋਣ ਜਾਂ ਇਲੈਕਟ੍ਰੋਨਸ ਹੋਣ, ਉਸ ਅਕੋਰਡਿੰਗਲੀ ਇਹਨੂੰ ਆਪਾਂ ਪਾਏ ਜਾਂ ਵੀ ਟਾਈਪ ਬੋਲ ਦਿੰਦੇ ਆ। ਪਾਏ ਅਗਰ ਜਿਹੜੀਆਂ small concentration of charge carriers ਅਗਰ ਹੋਲਸ ਹੋਣ ਤਾਂ ਪਾਏ ਕਹਿ ਦਿੰਦੇ ਆ, ਅਗਰ ਇਲੈਕਟ੍ਰੋਨ ਹੋਏ ਤਾਂ ਆਪਾਂ ਇਸ ਨੂੰ ਵੀ ਕਹਿ ਦਿੰਦੇ ਆ। ਓਕੇ, ਸੋ ਵੀ ਹੈਵ ਦਿਸ 3 layered 2 junction diode। ਇਸ ਦੇ ਵਿੱਚ ਅਗਰ ਆਪਾਂ ਐਕਸੈਪਟਰ concentration ਦੀ ਗੱਲ ਕਰੀਏ ਤਾਂ P plus ਹੈ ਤਾਂ ਹਾਈਲੀ ਡੂਪਡ P ਟਾਈਪ ਹੈ, ਤਾਂ ਇਹਦੇ ਵਿੱਚ concentration of acceptors ਜਿਹੜੇ ਨੇ ਉਹ ਜ਼ਿਆਦਾ ਹੋਏਗੀ। ਤੇ ਇੰਟ੍ਰਿੰਸਿਕ ਮੈਂ ਤੁਹਾਨੂੰ ਜਿਵੇਂ ਦੱਸਿਆ, ਅਗਰ ਆਪਾਂ ਪਾਈ ਨੂੰ ਕੰਸੀਡਰ ਕਰੀਏ ਤਾਂ ਹੋਲਸ ਦੀ ਕੰਸੈਂਟ੍ਰੇਸ਼ਨ ਸੇ ਵੈਰੀ ਵੈਰੀ ਸਮਾਲ ਹੋਏਗੀ ਔਰ ਐਨ ਵਾਲੇ ਦੇ ਵਿੱਚ ਆਪਣੇ ਕੋਲੇ ਕੰਸੈਂਟ੍ਰੇਸ਼ਨ ਆਫ ਡੋਨਰਸ ਹੋਏਗੀ, ਰਾਈਟ? ਔਰ ਇਹਦਾ ਇੱਕ ਇਲੈਕਟ੍ਰਿਕ ਫੀਲਡ ਪ੍ਰੋਫਾਈਲ ਹੈ। ਆਪਾਂ ਨੂੰ ਪਤਾ ਹੈ ਜੰਕਸ਼ਨ ਦੇ ਉੱਤੇ ਜਿਹੜੇ ਚਾਰਜ ਕੈਰੀਅਰਸ ਹੈ, ਜਦੋਂ ਆਪਾਂ ਇੱਕ ਡਾਇਓਡ ਬਣਾਉਂਦੇ ਆ, ਇਹ ਜਦੋਂ ਆਪਾਂ ਇੱਕ ਪਿਨ ਡਾਇਓਡ ਬਣਾਵਾਂਗੇ ਤਾਂ ਇਹਦੇ ਵਿੱਚੋਂ ਡਿਫਿਊਜ਼ਨ ਹੋਣੀ ਸਟਾਰਟ ਹੋ ਜਾਏਗੀ। ਇਲੈਕਟ੍ਰੋਨਸ ਜਿਹੜੇ ਨੇ ਦੇ ਜਿਹੜੇ ਹੋਲਸ ਨੇ ਦੇ ਸਟਾਰਟ ਮੂਵਿੰਗ ਟੂਵਰਡਸ ਦ ਇੰਟ੍ਰਿੰਸਿਕ ਰੀਜਨ। ਔਰ ਇਹਨੂੰ ਅਗਰ ਆਪਾਂ ਐਕਸ ਐਕਸਿਸ ਦੇ ਉੱਤੇ ਅਗਰ ਆਪਾਂ ਅਲੋਂਗ ਦਿਸ ਲੈਂਥ ਇਹਨੂੰ ਆਪਾਂ ਪਲਾਟ ਕਰੀਏ ਕਿ ਡੂਪਿੰਗ ਕਨਸੈਂਟ੍ਰੇਸ਼ਨ ਕਿਆ ਹੈ ਜਦੋਂ ਆਪਾਂ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੇ ਹਾਂ, ਇਲੈਕਟ੍ਰਿਕ ਫੀਲਡ ਕਿਵੇਂ ਹੈ, ਤਾਂ ਜਿਹੜੀ ਇਲੈਕਟ੍ਰਿਕ ਫੀਲਡ ਐਟ ਦ ਜੰਕਸ਼ਨ ਇਸ ਦੀ ਮੈਕਸਿਮਮ ਵੈਲਿਊ ਹੈ ਔਰ ਟੂਵਰਡਸ ਵੀ ਇਹ ਡਿਕਰੀਜ਼ ਹੋ ਜਾਏਗਾ, ਲੇਕਿਨ within this electric field ਜਿਹੜਾ ਹੈ ਉਹ constant ਰਹੇਗਾ, right? ਅਗਰ ਆਪਾਂ ਸਿੰਬਲ ਦੇਖੀਏ ਤਾਂ ਸਿੰਬਲ ਪਿਨ ਡਾਇਓਡ ਦਾ ਸੇਮ ਹੈ ਜਿਵੇਂ PN ਜੰਕਸ਼ਨ ਦਾ ਹੁੰਦਾ ਹੈ, ਲੇਕਿਨ ਸਿਰਫ ਇੱਕ ਸਲਾਈਟ ਵੇਰੀਏਸ਼ਨ ਕਿਆ ਹੈ, ਇਸ ਦੇ ਵਿੱਚ ਇਹ ਇੱਕ ਲਾਈਨ ਹੈ। For a simple diode we have this type of symbol, but ਇਸ ਕੇਸ ਦੇ ਵਿੱਚ ਜਿਹੜੀ ਸੈਂਟਰ ਚੋਂ ਲਾਈਨ ਜਾ ਰਹੀ ਹੈ, ਇਹਦਾ ਮਤਲਬ ਹੈ this is the symbol for the spin diode, okay? ਹੁਣ ਇਸ ਦੀ ਜਿਹੜੀ ਵਰਕਿੰਗ ਹੈ, ਵਰਕਿੰਗ ਵੀ PN ਜੰਕਸ਼ਨ ਜਿਹੜਾ ਨਾਰਮਲ PN ਜੰਕਸ਼ਨ ਜਾਂ ਕਨਵੈਨਸ਼ਨਲ PN ਜੰਕਸ਼ਨ ਡਾਇਓਡ ਵਰਗੀ ਹੀ ਹੈ। ਕੀ ਚੀਜ਼ ਦਾ ਫਰਕ ਹੈ? ਇੱਕ ਇਸ ਦੇ ਵਿੱਚ ਦੋ ਜੰਕਸ਼ਨਸ ਹੈ, PI ਐਂਡ IN। ਸੈਕੰਡਲੀ ਜਿਹੜੀ ਇੰਟ੍ਰਿੰਸਿਕ ਲੇਅਰ ਹੈ ਉਹ ਹਾਈਲੀ ਰੈਜ਼ਿਸਟੈਂਸ ਆਫਰ ਕਰਦੀ ਹੈ, ਇਸ ਕਰਕੇ ਡਿਪਲੀਸ਼ਨ ਰੀਜਨ ਦਾ ਜਿਹੜਾ ਸਾਈਜ਼ ਹੈ ਉਹ ਕਾਫੀ ਵੱਡਾ ਹੋ ਜਾਂਦਾ ਹੈ, ਰਾਈਟ? ਇੰਟ੍ਰਿੰਸਿਕ ਜਿਹੜਾ ਰੀਜਨ ਹੈ ਉਹ ਜ਼ਿਆਦਾ ਹੋਣ ਕਰਕੇ ਕਿਉਂਕਿ ਆਪਾਂ ਨੂੰ ਪਤਾ ਹੈ ਜਦੋਂ ਆਪਣਾ ਜੰਕਸ਼ਨ ਬਣਦਾ ਹੈ ਉਸ ਦੇ ਵਿੱਚ ਡਿਪਲੀਸ਼ਨ ਰੀਜਨ ਹੈ, ਇਟ ਐਕਟਸ ਲਾਈਕ ਅ ਕੈਪੈਸਿਟਰ, ਪੈਰਲਲ ਪਲੇਟ ਕੈਪੈਸਿਟਰ ਦੀ ਤਰ੍ਹਾਂ ਐਕਟ ਕਰਦਾ ਹੈ। ਔਰ ਅਗਰ ਕੈਪੈਸਿਟੈਂਸ ਦੇ ਪੈਰਲਲ ਪਲੇਟਸ ਦੇ ਵਿੱਚ ਡਿਸਟੈਂਸ ਜਿੰਨਾ ਜ਼ਿਆਦਾ ਹੋਏਗਾ ਉਨੀ ਉਸਦੀ ਕੈਪੈਸਿਟੈਂਸ ਦੀ ਵੈਲਿਊ ਘੱਟ ਹੋਏਗੀ। ਸੋ ਕਿਉਂਕਿ ਪਿਨ ਡਾਇਓਡ ਦੇ ਵਿੱਚ ਇੰਟ੍ਰਿੰਸਿਕ ਰੀਜਨ ਹੋਣ ਕਰਕੇ ਡਿਪਲੀਸ਼ਨ ਰੀਜਨ ਦਾ ਸਾਈਜ਼ ਬਹੁਤ ਵੱਡਾ ਹੋ ਜਾਂਦਾ ਹੈ, ਇਸ ਲਈ ਇਸ ਕੇਸ ਦੇ ਵਿੱਚ ਜਿਹੜੀ ਕੈਪੈਸਿਟੈਂਸ ਹੈ ਉਹ ਰਿਡਿਊਸ ਹੋ ਜਾਂਦੀ ਹੈ ਬਿਕੋਜ਼ ਆਫ ਦਿਸ ਇੰਟ੍ਰਿੰਸਿਕ ਰੀਜਨ, ਰਾਈਟ? ਸੋ ਇਹਦੇ ਆਪਾਂ ਤਿੰਨੋਂ ਕੇਸਿਸ ਡਿਸਕਸ ਕਰਾਂਗੇ ਕਿ ਫਰਸਟਲੀ ਵਿਲ ਡਿਸਕਸ ਕਿ ਜਦੋਂ ਆਪਾਂ ਕੋਈ ਵੀ ਬਾਇਸ ਨਹੀਂ ਲਗਾਇਆ, ਯਾਨੀ ਕਿ ਇਹ ਪਿਨ ਡਾਇਓਡ ਹੈ, ਇਸਨੂੰ ਆਪਾਂ ਕੋਈ ਵੀ ਬਾਇਸ ਨਹੀਂ ਲਗਾਇਆ, ਜ਼ੀਰੋ ਬਾਇਸ ਔਰ ਨੋ ਬਾਇਸ ਕੰਡੀਸ਼ਨ। ਇਸ ਕੇਸ ਦੇ ਵਿੱਚ ਕੀ ਹੋਏਗਾ, ਜਦੋਂ ਅਨਬਾਇਸਡ ਹੈ ਪਿਨ ਡਾਇਓਡ ਤਾਂ ਆਪਾਂ ਨੂੰ ਪਤਾ ਹੈ ਜਦੋਂ ਜੰਕਸ਼ਨ ਫਾਰਮ ਹੁੰਦਾ ਹੈ ਤਾਂ ਇਲੈਕਟ੍ਰੋਨ ਫਰੋਮ ਦ ਐਨ ਸਾਈਡ ਤੇ ਹੋਲਸ ਫਰੋਮ ਦ ਪੀ ਸਾਈਡ ਡਿਫਿਊਜ਼ ਹੋਣੇ ਸ਼ੁਰੂ ਹੋ ਜਾਣਗੇ ਇਨ ਦ ਇੰਟ੍ਰਿੰਸਿਕ ਰੀਜਨ। ਉਸ ਨਾਲ ਕੀ ਹੋਏਗਾ, ਡਿਪਲੀਸ਼ਨ ਰੀਜਨ ਬਣਨਾ ਸਟਾਰਟ ਹੋ ਜਾਏਗਾ। ਇੱਕ ਡਿਪਲੀਸ਼ਨ ਰੀਜਨ ਇੱਥੇ ਬਣੇਗਾ ਜਿੱਥੇ PI ਜੰਕਸ਼ਨ ਹੈ, ਰਾਈਟ? ਇੱਕ ਡਿਪਲੀਸ਼ਨ ਰੀਜਨ ਇੱਥੇ ਬਣੇਗਾ ਜਿੱਥੇ
ਆਇਨ ਜੰਕਸ਼ਨ ਹੈ, ਰਾਈਟ। ਔਰ ਆਪਾਂ ਨੂੰ ਪਤਾ ਹੈ ਕਿ ਜਦੋਂ ਡਿਪਲੀਸ਼ਨ ਰੀਜਨ ਬਣਦਾ ਹੈ ਤਾਂ ਉਸਦੀ ਜਿਹੜੀ ਡੈਪਥ ਹੈ ਉਹ ਟੂਵਰਡਸ ਦ ਲੈਸਰ ਡੂਪਡ ਰੀਜਨ ਵੱਲ ਜ਼ਿਆਦਾ ਹੁੰਦੀ ਹੈ। ਇਸ ਲਈ ਜਦੋਂ ਡਿਪਲੀਸ਼ਨ ਰੀਜਨ ਬਣੇਗਾ ਉਹ ਜ਼ਿਆਦਾ ਡੀਪ ਹੋਏਗਾ ਜਾਂ ਜ਼ਿਆਦਾ ਥਿਕਰ ਹੋਏਗਾ ਟੂਵਰਡਸ ਦ ਇੰਟ੍ਰਿੰਸਿਕ ਲੇਅਰ, ਰਾਈਟ, ਜਿਹਦੇ ਚਾਰਜ ਕੈਰੀਅਰਸ ਘੱਟ ਹੁੰਦੇ ਆ। ਜਾਂ ਅਗਰ ਆਪਾਂ ਪਿਓਰ ਇੰਟ੍ਰਿੰਸਿਕ ਦੀ ਗੱਲ ਕਰੀਏ ਵਿਦ ਨੋ ਚਾਰਜ ਕੈਰੀਅਰਸ, ਰਾਈਟ। ਸੋ ਦਿਸ ਵਾਜ਼ ਦ ਕੇਸ ਜਦੋਂ ਆਪਾਂ ਕਿਹਾ ਨੋ ਬਾਇਸਿੰਗ, ਕੋਈ ਬਾਇਸ ਨਹੀਂ ਲਗਾਇਆ ਸੀ। ਜਦੋਂ ਆਪਾਂ ਇਸ ਨੂੰ ਫਾਰਵਰਡ ਬਾਇਸ ਕਰਾਂਗੇ, ਫਾਰਵਰਡ ਬਾਇਸ ਦਾ ਮਤਲਬ ਤੁਸੀਂ ਸਮਝਦੇ ਹੋ, ਇਸ ਨੂੰ ਆਪਾਂ P+ ਨੂੰ ਆਪਾਂ ਕਨੈਕਟ ਕਰ ਦਾਂਗੇ ਵਿਦ ਦ ਪੋਜ਼ਿਟਿਵ ਟਰਮੀਨਲ ਆਫ ਦ ਬੈਟਰੀ ਐਂਡ ਇਸ ਨੂੰ ਆਪਾਂ ਕਨੈਕਟ ਕਰ ਦਾਂਗੇ ਵਿਦ ਦ ਨੈਗੇਟਿਵ ਟਰਮੀਨਲ ਆਫ ਦ ਬੈਟਰੀ। ਫਾਰਵਰਡ ਬਾਇਸ ਦੇ ਦੌਰਾਨ ਕੀ ਹੋਏਗਾ, ਜਿਹੜੇ holes have from p side and electrons from the n side, they start diffusing, they start to diffuse to the intrinsic region। ਔਰ ਜਦੋਂ ਇੰਟ੍ਰਿੰਸਿਕ ਰੀਜਨ ਦੇ ਵਿੱਚੋਂ ਡਿਫਿਊਜ਼ ਹੋਣੇ ਸ਼ੁਰੂ ਹੋ ਜਾਣਗੇ ਦਾ ਮਤਲਬ ਉਸ ਦੇ ਵਿੱਚ ਇਲੈਕਟ੍ਰੋਨ ਹੋਲ ਦੀ ਰਿਕੰਬੀਨੇਸ਼ਨ ਹੋਏਗੀ। ਜਦੋਂ ਰਿਕੰਬੀਨੇਸ਼ਨ ਹੋਏਗੀ ਉਸ ਰੀਜਨ ਦੇ ਵਿੱਚ ਕੁਝ ਐਵੇਂ ਦੇ ਵੀ ਹੋਣਗੇ, ਡਿਪਲੀਸ਼ਨ ਰੀਜਨ ਦਾ ਕੋਈ ਚਾਰਜ ਕੈਰੀਅਰ ਨਹੀਂ ਹੋਏਗਾ, ਬਟ ਇੰਟ੍ਰਿੰਸਿਕ ਰੀਜਨ ਦੇ ਵਿੱਚ ਚਾਰਜ ਕੈਰੀਅਰਸ ਜਿਹੜੇ ਨੇ ਉਹ ਇਨਕਰੀਜ਼ ਹੋਣੇ ਸ਼ੁਰੂ ਹੋ ਜਾਣਗੇ। ਔਰ ਇਹ ਜਦੋਂ ਚਾਰਜ ਕੈਰੀਅਰਸ ਇਨਕਰੀਜ਼ ਹੋਣਗੇ ਤਾਂ ਡਿਊ ਟੂ ਹਾਈ ਲੈਵਲ ਆਫ ਇੰਜੈਕਸ਼ਨ ਆਫ ਚਾਰਜ ਕੈਰੀਅਰਸ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਆਈ ਰੀਜਨ ਦੇ ਵਿੱਚ एंटर होना शुरू हो जाएगा या डीपली एक्सटेंड होना शुरू हो जाएगा, राइट, क्योंकि उत्थे चार्ज कैरियर्स प्रेजेंट होंगे। इस करके हुन इंट्रिंसिक रीजन दे विच कुछ कंडक्शन स्टार्ट हो जाएगी चार्ज कैरियर्स दी प्रेजेंस होने करके। चार्ज कैरियर्स दी प्रेजेंस होने करके अगर कंडक्शन स्टार्ट होगी ਇਹਦਾ ਮਤਲਬ ਪਹਿਲਾਂ ਨਾਲੋਂ ਉਸਦੀ ਰੈਜ਼ਿਸਟੈਂਸ ਡਿਕਰੀਜ਼ ਹੋਗੀ। ਜਿਵੇਂ ਜਿਵੇਂ ਆਪਾਂ ਫਾਰਵਰਡ ਬਾਇਸ ਅਪਲਾਈ ਕਰੀ ਜਾਵਾਂਗੇ ਤਾਂ ਆਪਾਂ ਕੀ ਦੇਖਾਂਗੇ, ਮੋਰ ਐਂਡ ਮੋਰ ਆਫ ਚਾਰਜ ਕੈਰੀਅਰਸ ਆਰ ਪ੍ਰੈਜ਼ੈਂਟ ਇਨ ਦ ਇੰਟ੍ਰਿੰਸਿਕ ਲੇਅਰ। ਸੋ ਰੈਜ਼ਿਸਟੈਂਸ ਜਿਹੜੀ ਹੈ ਇੰਟ੍ਰਿੰਸਿਕ ਲੇਅਰ ਦੀ ਡਿਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਪਿਨ ਡਾਇਓਡ ਨੂੰ ਆਪਾਂ ਐਜ਼ ਅ ਵੇਰੀਏਬਲ ਰੈਜ਼ਿਸਟੈਂਸ ਐਕਟ ਕਰ ਰਿਹਾ ਹੈ, ਰਾਈਟ। ਕਿਉਂ? ਕਿਉਂਕਿ ਇਸ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਡਿਕਰੀਜ਼ ਹੋ ਰਹੀ ਹੈ ਵਿਦ ਦ ਇਨਕਰੀਜ਼ ਆਫ ਦ ਫਾਰਵਰਡ ਕਰੰਟ। ਸੋ ਇਹ ਵਾਲਾ ਕੇਸ ਸੀਗਾ ਜਦੋਂ ਆਪਾਂ ਇਸ ਨੂੰ ਫਾਰਵਰਡ ਬਾਇਸ ਕੀਤਾ ਤੇ ਇਸ ਦੀ ਰੈਜ਼ਿਸਟੈਂਸ ਡਿਕਰੀਜ਼ ਹੋ ਗਈ ਬਿਕੋਜ਼ ਆਫ ਦ ਇਨਕਰੀਜ਼ ਇਨ ਦ ਫਾਰਵਰਡ ਕਰੰਟ। क्योंकि रेजिस्टेंस डिक्रीज हो रही है या रेजिस्टेंस चेंज हो रही है तो आप इसको रिप्रेजेंट कर सकते हैं विद अ वेरिएबल रेजिस्टेंस सिंबल। कदों? व्हेन द पिन डायोड इज फॉरवर्ड बायस, राइट। सो इसी ਨੂੰ ਹੀ अगर आप इसके फॉरवर्ड रेजिस्टेंस करैक्टरिस्टिक्स देखने हैं कि फॉरवर्ड किया तो रेजिस्टेंस किवें वेरी करती है। तो अगर आप along x एक्सिस करंट प्लॉट कर रहे हैं, along y एक्सिस रेजिस्टेंस प्लॉट कर रहे हैं तो कर्व, इस कर्व तो आपको दिख रहा है कि with the increase in the forward current resistance decreases। that means pin diode behaves like a variable resistance in case of forward bias। okay, now reverse bias ਦੇ case ਚ ਆਪਾਂ ਨੂੰ ਪਤਾ ਹੈ p ਨੂੰ ਆਪਾਂ ਕਨੈਕਟ ਕਰਾਂਗੇ with the negative terminal of the battery, n ਨੂੰ ਕਨੈਕਟ ਕਰਾਂਗੇ with the positive terminal of the battery, right। ਤੇ ਜਦੋਂ ਆਪਾਂ ਪਿਨ ਡਾਇਓਡ ਨੂੰ ਰਿਵਰਸ ਬਾਇਸ ਕਰਾਂਗੇ ਤਾਂ ਜਿਹੜਾ ਡਿਪਲੀਸ਼ਨ ਰੀਜਨ ਇੱਥੇ ਬਣੇ ਸੀ, ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ, because of the movement or the diffusion of charge carriers, ਜਿਹੜਾ ਇੱਥੇ ਆਪਣੇ ਕੋਲੇ ਡਿਪਲੀਸ਼ਨ ਲੇਅਰ ਬਣਿਆ ਸੀ, ਇਸ ਡਿਪਲੀਸ਼ਨ ਰੀਜਨ ਦੀ ਜਿਹੜੀ ਵਿਡਥ ਹੈ ਉਹ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ ਜਿਵੇਂ ਜਿਵੇਂ ਆਪਾਂ ਫਾਰਵਰਡ ਬਾਇਸ ਵੋਲਟੇਜ ਰਿਵਰਸ ਬਾਇਸ ਵੋਲਟੇਜ ਲਗਾਵਾਂਗੇ, ਰਾਈਟ। ਔਰ ਜਿਵੇਂ ਜਿਵੇਂ ਰਿਵਰਸ ਬਾਇਸ ਦੀ ਵੋਲਟੇਜ ਇਨਕਰੀਜ਼ ਕਰੀ ਜਾਓਗੇ ਤਾਂ ਜਿਹੜਾ ਡਿਪਲੀਸ਼ਨ ਰੀਜਨ ਹੈ ਇਹ ਟੂਵਰਡਸ ਦ ਆਈ ਰੀਜਨ ਐਕਸਟੈਂਡ ਹੋਈ ਜਾਏਗਾ ਔਰ ਇੱਕ ਸਰਟਨ ਵੈਲਿਊ ਆਫ ਰਿਵਰਸ ਬਾਇਸ ਵੋਲਟੇਜ ਜਿਸ ਨੂੰ ਆਪਾਂ ਬੋਲਦੇ ਹਾਂ ਸਵੈਪਡ ਆਊਟ ਵੋਲਟੇਜ। ਸੋ ਇਸ ਵੋਲਟੇਜ ਦੇ ਉੱਤੇ ਸਾਰਾ ਦਾ ਸਾਰਾ ਜਿਹੜਾ ਇੰਟ੍ਰਿੰਸਿਕ ਲੇਅਰ ਹੈ ਉਸ ਦੇ ਵਿੱਚੋਂ ਚਾਰਜ ਕੈਰੀਅਰਸ ਸਵੈਪਡ ਆਊਟ ਹੋ ਜਾਣਗੇ, ਬਾਹਰ ਨਿਕਲ ਜਾਣਗੇ, ਯਾਨੀ ਕਿ ਡਿਪਲੀਸ਼ਨ ਇੰਟ੍ਰਿੰਸਿਕ ਰੀਜਨ ਦੇ ਵਿੱਚ ਕੋਈ ਚਾਰਜ ਕੈਰੀਅਰ ਨਹੀਂ ਰਹੇਗਾ। ਇਹਦਾ ਮਤਲਬ whole of the depletion region is formed in the intrinsic region, intrinsic layer ਸਾਰੀ ਦੀ ਸਾਰੀ ਹੁਣ depletion layer ਬਣ ਚੁੱਕੀ ਹੋਏਗੀ। पूरी ਦੀ पूरी depletion layer ਬਣਨ ਦਾ ਮਤਲਬ क्या है कि between the distance between the parallel plates, ਜਿਹੜਾ ਆਪਾਂ ਕਿਹਾ ਕਿ ਇੱਕ ਜਿਹੜਾ depletion layer ਹੁੰਦੀ ਹੈ ਉਹ ਉਸਦੇ ਉਹ ਇੱਕ ਤਰ੍ਹਾਂ ਪੈਰਲਲ ਪਲੇਟ ਕੈਪੈਸਿਟਰ ਦੀ ਤਰ੍ਹਾਂ ਐਕਟ ਕਰਦੀ ਹੈ ਜਿਸ ਦੇ ਵਿੱਚ ਡਿਪਲੀਸ਼ਨ ਲੇਅਰ ਜਿਹੜੀ ਹੈ ਉਹ ਇੱਕ ਇਨਸੂਲੇਟਰ ਦਾ ਕੰਮ ਕਰਦੀ ਹੁੰਦੀ ਹੈ। ਸੋ ਇੱਥੇ ਕੀ ਹੋ ਗਿਆ,
whole of the intrinsic layer is now acting as a depletion region. So capacitance ਜਿਹੜੀ ਹੈ ਇਸ ਕੇਸ ਦੇ ਵਿੱਚ ਹੁਣ ਡਿਕਰੀਜ਼ ਹੋ ਜਾਏਗੀ, ਕਿਉਂਕਿ ਹੁਣ ਚਾਹੇ ਆਪਾਂ ਫਰਦਰ ਰਿਵਰਸ ਬਾਇਸ ਦੀ ਵੋਲਟੇਜ ਇਨਕਰੀਜ਼ ਕਰੀ ਵੀ ਜਾਈਏ, ਹੁਣ ਕੈਪੈਸਿਟੈਂਸ ਦੇ ਉੱਤੇ ਕੋਈ ਫਰਕ ਨਹੀਂ ਪਏਗਾ, ਕਿਉਂਕਿ ਹੋਲ ਆਫ ਦਾ ਇੰਟ੍ਰਿੰਸਿਕ ਰੀਜਨ ਜਿਹੜਾ ਹੈ ਉਹ ਉਸਦੇ ਵਿੱਚੋਂ ਚਾਰਜ ਕੈਰੀਅਰਸ ਨਿਕਲ ਚੁੱਕੇ, ਯਾਨੀ ਕਿ ਉਹ ਸਾਰਾ ਦਾ ਸਾਰਾ ਡਿਪਲੀਸ਼ਨ ਲੇਅਰ ਬਣ ਚੁੱਕਿਆ ਹੈ। ਇਸ ਲਈ ਹੁਣ ਕੈਪੈਸਿਟੈਂਸ ਜਿਹੜੀ ਹੈ ਪਿਨ ਡਾਇਓਡ ਦੀ ਉਹ ਇੰਡੀਪੈਂਡੈਂਟ ਹੋ ਜਾਂਦੀ ਹੈ ਉਸਦੀ ਬਾਇਸਿੰਗ ਦੇ, ਯਾਨੀ ਕਿ ਜਿਹੜੀ ਆਪਾਂ ਰਿਵਰਸ ਬਾਇਸ ਲਗਾ ਰਹੇ ਹਾਂ ਹੁਣ ਉਸ ਤੇ ਡਿਪੈਂਡ ਨਹੀਂ ਕਰਦੇ। ਕਦੋਂ? when the voltage is greater than the swept out voltage, right? So ਅਗਰ ਆਪਾਂ ਕਹੀਏ ਕਿ d is the distance of the depletion layer ਦਾ distance ਕਿੰਨਾ ਹੋਏਗਾ, ਕਿੰਨੀ ਲੈਂਥ ਹੋਏਗੀ ਉਸਦੀ, ਕਿਸ ਤੇ ਡਿਪੈਂਡ ਕਰਦਾ ਹੈ ਕਿ ਇੰਟ੍ਰਿੰਸਿਕ ਲੇਅਰ ਦੀ ਲੈਂਥ ਕਿੰਨੀ ਸੀ ਪਲੱਸ ਕੁਝ ਐਕਸਟੈਂਟ ਤੱਕ ਡਿਪਲੀਸ਼ਨ ਲੇਅਰ ਜਿਹੜਾ ਹੈ ਉਹ p ਰੀਜਨ ਤੇ n ਰੀਜਨ ਦੇ ਵਿੱਚ ਵੀ ਹੋਏਗਾ, although very small as compared to the length of the intrinsic layer। ਇਹਨੂੰ ਆਪਾਂ neglect ਵੀ ਕਰ ਦਿੰਦੇ sometimes, but ਅਗਰ ਇਹਦੀ ਵੀ contribution ਆਪਾਂ ਦੇਖਾਂਗੇ ਕਿ n ਰੀਜਨ ਤੇ p ਰੀਜਨ ਚ ਡਿਪਲੀਸ਼ਨ ਰੀਜਨ ਕਿੰਨਾ ਹੈ ਪਲੱਸ ਇੰਟ੍ਰਿੰਸਿਕ ਲੇਅਰ ਕਿੰਨੀ ਹੈ, ਤਾਂ ਟੋਟਲ ਜਿਹੜਾ distance ਹੈ between the two plates or the length of the depletion region ਉਹ d ਹੋ ਜਾਏਗੀ। और capacitance ਆਪਾਂ ਨੂੰ ਪਤਾ ਹੈ capacitance for a parallel plate capacitor C is epsilon A by D। A ਜਿਹੜਾ ਹੈ area of cross section ਹੈ, D ਜਿਹੜਾ ਹੈ distance ਹੈ, और अगर ये distance maximum हो गया तो capacitance ਦੀ value ਜਿਹੜੀ ਹੈ ਉਹ minimum होगी, right? So capacitance ਦੀ value ਹੁਣ further change नहीं हो सकती after the swept out voltage, क्योंकि D maximum value ਤੇ ਆ ਗਈ, right? ਇਹਦਾ ਮਤਲਬ C is now independent of the biasing। ਹੁਣ ਆਪਾਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਜਿਹੜੀ C ਹੈ, ਜਿਹੜਾ capacitance ਹੈ ਉਹ frequency ਦੇ inverse relation ਦੇ ਵਿੱਚ ਹੁੰਦਾ ਹੈ। We have this relation frequency is 1/2 pi xc into C, right? So frequency ਦੇ inverse relation ਚ ਹੈ, ਅਗਰ C ਦੀ value ਬਹੁਤ ਘੱਟ ਹੈ ਇਹਦਾ ਮਤਲਬ ਇਸ ਕੇਸ ਦੇ ਵਿੱਚ ਜਿਹੜੀਆਂ frequencies generate ਹੋਣਗੀਆਂ ਉਹ ਬਹੁਤ ਹਾਈ frequencies generate ਹੋ ਸਕਦੀਆਂ ਹੈ। ਇਸ ਲਈ ਇਹ ਜਿਹੜੀਆਂ frequencies ਹੈ ਇੱਥੇ ਆਪਾਂ ਮਾਈਕ੍ਰੋਵੇਵ ਦੇ ਆਰਡਰ ਦੀਆਂ frequencies generate ਕਰ ਸਕਦੇ ਹਾਂ, ਇਸ ਲਈ ਇਹਨੂੰ ਆਪਾਂ ਮਾਈਕ੍ਰੋਵੇਵ ਦੀ ਐਪਲੀਕੇਸ਼ਨਸ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਕਿਉਂਕਿ ਇਸ ਕੇਸ ਦੇ ਵਿੱਚ ਕੈਪੈਸਿਟੈਂਸ ਦੀ ਵੈਲਿਊ ਜਿਹੜੀ ਹੈ ਉਹ ਚੇਂਜ ਹੋ ਕੇ ਇੱਕ ਮਿਨੀਮਮ ਵੈਲਿਊ ਤੇ ਆ ਗਈ ਸੀ, ਇਸ ਕਰਕੇ ਇਨ ਦ ਰਿਵਰਸ ਬਾਇਸ ਇਹਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ ਵਿਦ ਪੈਰਲਲ ਪਲੇਟ ਕੈਪੈਸਿਟਰ। ਸੋ ਜਿਹੜਾ ਪਿਨ ਡਾਇਓਡ ਹੈ ਇਸ ਨੂੰ ਆਪਾਂ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ, ਯੂਜ਼ਸ ਕੀ ਹੈ ਇਸ ਦੀਆਂ, ਇਹਨਾਂ ਨੂੰ ਆਪਾਂ ਪਾਵਰ ਰੈਕਟੀਫਾਇਰਸ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਰਾਈਟ? ਇਸ ਨੂੰ ਆਪਾਂ ਮਾਈਕ੍ਰੋਵੇਵ ਸਰਕਿਟਸ ਦੇ ਵਿੱਚ, ਮਾਈਕ੍ਰੋਵੇਵ ਸਵਿਚ ਦੇ ਵਿੱਚ, RF ਸਵਿਚਸ ਦੇ ਵਿੱਚ, ਫੋਟੋ ਡਿਟੈਕਟਰਸ ਦੇ ਵਿੱਚ, ਐਂਪਲੀਟਿਊਡ ਮੋਡੂਲੇਟਰ ਦੇ ਵਿੱਚ, ਹਾਈ ਫ੍ਰੀਕੁਐਂਸੀ ਡਿਵਾਈਸਿਸ ਦੇ ਵਿੱਚ ਆਪਾਂ ਇਸ ਨੂੰ ਯੂਜ਼ ਕਰ ਸਕਦੇ ਹਾਂ। ਓਕੇ, that's it for pin diode।